ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਟੂਡੈਂਟਸ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਡੇ ਬਿਫੋਰ ਯਸਟਰਡੇ ਮੈਨੇਜਮੈਂਟ ਦਾ ਟੌਪਿਕ ਕੀਤਾ ਸੀ ਅਤੇ ਅੱਜ ਅਸੀਂ ਹੁਣ ਪਹਿਲਾਂ ਤੁਸੀਂ ਪੜ੍ਹਿਆ ਸੀ ਮੈਨੇਜਮੈਂਟ ਦਾ ਮੀਨਿੰਗ ਐਂਡ ਫੀਚਰਸ ਆਫ ਮੈਨੇਜਮੈਂਟ। ਟੂਡੇ ਵੀ ਵਿਲ ਸਟੱਡੀ ਵਟ ਆਰ ਦਾ ਓਬਜੈਕਟਿਵਸ ਆਫ ਮੈਨੇਜਮੈਂਟ। ਓਕੇ, ਫਸਟ ਆਫ ਆਲ ਓਬਜੈਕਟਿਵਸ ਦਾ ਮਤਲਬ ਕੀ ਹੁੰਦਾ ਕਿ ਕੀ ਕਾਰਨ ਆ, ਕਿਉਂ ਮੈਨੇਜਮੈਂਟ ਕੀਤੀ ਜਾਂਦੀ ਹੈ, ਕਿਉਂ ਮੈਨੇਜਮੈਂਟ ਦੀ ਲੋੜ ਪੈਂਦੀ ਹੈ ਆਰਗੇਨਾਈਜੇਸ਼ਨ ਨੂੰ, ਕਿਉਂ ਆਰਗੇਨਾਈਜੇਸ਼ਨ ਨੂੰ ਹਰ ਇੱਕ ਚੀਜ਼ ਨੂੰ ਮੈਨੇਜ ਕਰਨਾ ਪੈਂਦਾ, ਕੀ ਕਾਰਨ ਨੇ ਕਿ ਮੈਨੇਜਮੈਂਟ ਕਰਨੀ ਪੈਂਦੀ ਹੈ, ਜਾਂ ਕੀ ਕਾਰਨ ਨੇ ਕਿ ਆਪਾਂ ਨੂੰ ਕਿ ਮੈਨੇਜਰਸ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ, ਸੋ ਕਿਉਂ ਸਾਨੂੰ ਮੈਨੇਜ ਕਰਨਾ ਪੈਂਦਾ ਵਰਕ, ਉਹ ਕੀ ਕਾਰਨ ਨੇ, ਸੋ ਅੱਜ ਆਪਾਂ ਉਹ ਪੜ੍ਹਾਂਗੇ। ਫਸਟ ਆਫ ਆਲ ਫਸਟ ਕਾਰਨ ਹੈ ਮੈਕਸੀਮਮ ਰਿਜ਼ਲਟਸ ਵਿਦ ਮਿਨੀਮਮ ਐਫਰਟਸ। ਇਹਦਾ ਮਤਲਬ ਇਹ ਆ ਕਿ ਮੈਨੇਜਮੈਂਟ ਜਾਂ ਸਾਨੂੰ ਮੈਨੇਜਮੈਂਟ ਤਾਂ ਕਰਨੀ ਪੈਂਦੀ ਆ ਤਾਂ ਜੋ ਸਾਨੂੰ ਵੱਧ ਤੋਂ ਵੱਧ ਰਿਜ਼ਲਟ ਮਿਲਣ। ਵੱਧ ਤੋਂ ਵੱਧ ਰਿਜ਼ਲਟ ਮਤਲਬ ਜੇ ਆਰਗੇਨਾਈਜੇਸ਼ਨ ਦਾ ਗੋਲ ਹੀ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਪ੍ਰੋਫਿਟ ਕਰਨਾ। ਠੀਕ ਹੈ, ਸੋ ਆਰਗੇਨਾਈਜੇਸ਼ਨ ਦਾ ਗੋਲ ਹੈ ਕਿ ਵੱਧ ਤੋਂ ਵੱਧ ਪ੍ਰੋਫਿਟ ਕਰਨਾ ਵਿਦ ਮਿਨੀਮਮ ਐਫਰਟਸ। ਵਿਦ ਮਿਨੀਮਮ ਐਫਰਟਸ ਦਾ ਮਤਲਬ ਇਹ ਹੈ ਕਿ ਦੇਖੋ ਕਿ ਉਹਨੇ ਗੋਲ ਅਚੀਵ ਕਰਨਾ ਹੈ ਕਿ ਵੱਧ ਤੋਂ ਵੱਧ ਪ੍ਰੋਫਿਟ ਤੇ ਕਮਾਉਣਾ, ਬਟ ਘੱਟ ਤੋਂ ਘੱਟ ਕਿਹਦੇ ਨਾਲ, ਮੈਨ ਦੇ ਨਾਲ, ਕਿ ਉਹਨੂੰ ਘੱਟ ਤੋਂ ਘੱਟ ਕੋਸਟ ਪਵੇ। ਕਿਉਂਕਿ ਮੈਨ ਨੂੰ ਉਹਨੂੰ ਕੀ ਦੇਣੀ ਪੈਣੀ ਆ, ਲੇਬਰ ਦੇਣੀ ਪੈਣੀ ਆ। ਸੋ ਜਿੱਥੇ ਉਹਨੂੰ ਘੱਟ ਕੋਸਟ ਪਏਗੀ ਉਹ ਹਾਇਰ ਕਰੇਗਾ, ਉਹ ਵਰਕਰਸ ਹਾਇਰ ਕਰੇਗਾ ਜਿਹੜੇ ਉਹਨੂੰ ਘੱਟ ਕੋਸਟ 'ਤੇ ਮਿਲਣਗੇ। ਠੀਕ ਹੈ, ਘੱਟ ਤੋਂ ਘੱਟ ਮਨੀ, ਉਹ ਵਾਲੇ ਪ੍ਰੋਫਿਟ ਵੱਧ ਤੋਂ ਵੱਧ ਕਮਾਉਣਾ, ਬਟ ਮਨੀ ਸਾਨੂੰ ਕੀ ਚਾਹੀਦੀ ਆ, ਘੱਟ ਤੋਂ ਘੱਟ ਲਗਾਈਏ। ਉਹ ਵਾਲਾ ਬਿਜ਼ਨਸ ਸ਼ੁਰੂ ਕਰੀਏ ਜਿਹਦੇ ਵਿੱਚ ਸਾਨੂੰ ਘੱਟ ਤੋਂ ਘੱਟ ਪੈਸਾ ਯੂਜ਼ ਕਰਨਾ ਪਵੇ ਅਤੇ ਘੱਟ ਤੋਂ ਘੱਟ ਸਾਨੂੰ ਕੀ ਯੂਜ਼ ਕਰਨਾ ਪਵੇ, ਮਟੀਰੀਅਲ ਯੂਜ਼ ਕਰਨਾ ਪਵੇ। ਓਕੇ, ਸੋ ਮੈਕਸੀਮਮ ਰਿਜ਼ਲਟਸ ਵਿਦ ਮਿਨੀਮਮ ਐਫਰਟਸ ਮਤਲਬ ਵੱਧ ਤੋਂ ਵੱਧ ਪ੍ਰੋਫਿਟ ਕਮਾਈਏ, ਬਟ ਘੱਟ ਤੋਂ ਘੱਟ ਹਰ ਇੱਕ ਚੀਜ਼ ਦੀ ਕੋਸਟ ਹੋਵੇ। ਤਾਂ ਕਰਕੇ ਸਾਨੂੰ ਕੀ ਕਰਨੀ ਪੈਂਦੀ ਹੈ, ਮੈਨੇਜਮੈਂਟ ਕਰਨੀ ਪੈਂਦੀ ਹੈ। ਸੋ ਸੈਕਿੰਡ ਪੁਆਇੰਟ ਇਜ਼ ਦਾ ਗਰੋਥ ਐਂਡ ਪ੍ਰੋਸਪੈਰਿਟੀ। ਸੈਕਿੰਡ ਪੁਆਇੰਟ ਇਹ ਹੈ ਕਿ ਗਰੋਥ ਐਂਡ ਪ੍ਰੋਸਪੈਰਿਟੀ ਦਾ ਮਤਲਬ ਇਹ ਹੈ ਕਿ ਜੇ ਮੈਨੇਜਮੈਂਟ ਇੱਕ ਵਧੀਆ ਹੋਏਗੀ, ਬੈਟਰ ਮੈਨੇਜਮੈਂਟ ਇਨਸ਼ੋਰਸ ਗਰੋਥ ਐਂਡ ਪ੍ਰੋਸਪੈਰਿਟੀ ਬਾਏ ਪ੍ਰੋਪਰ ਪਲੈਨਿੰਗ, ਆਰਗੇਨਾਈਜ਼ਿੰਗ, ਡਾਇਰੈਕਸ਼ਨ ਐਂਡ ਕੰਟਰੋਲਿੰਗ। ਇਹਦੇ ਵਿੱਚ ਕੀ ਕਹਿ ਰਿਹਾ ਹੈ ਕਿ ਇੱਕ ਮੈਨੇਜਰ ਆ ਜਿਹੜਾ ਉਹ ਵਧੀਆ ਮੈਨੇਜਰ ਜੇ ਵਧੀਆ ਮੈਨੇਜਮੈਂਟ ਕਰੇਗਾ, ਠੀਕ ਹੈ, ਵਧੀਆ ਪਲੈਨਿੰਗ ਕਰੇਗਾ, ਵਧੀਆ ਆਰਗੇਨਾਈਜ਼ਿੰਗ ਕਰੇਗਾ, ਡਾਇਰੈਕਟਿੰਗ ਕਰੇਗਾ, ਕੰਟਰੋਲਿੰਗ ਕਰੇਗਾ ਕਿ ਹਰ ਇੱਕ ਚੀਜ਼ ਉਹਨੂੰ ਪਤਾ ਹੋਏਗੀ ਕਿ ਮੈਂ ਹਾਂ ਕੀ ਪਲਾਨ ਕਰਨਾ ਹੈ। ਫਿਰ ਉਸ ਤੋਂ ਬਾਅਦ ਉਹ ਆਰਗੇਨਾਈਜ਼ ਕਰੇਗਾ, ਉਸ ਤੋਂ ਬਾਅਦ ਹਰ ਇੱਕ ਵਰਕਰ ਨੂੰ ਡਾਇਰੈਕਸ਼ਨ ਦੇਗਾ, ਤੁਸੀਂ ਆਹ ਕੰਮ ਕਰਨਾ, ਇਹ ਕੰਮ ਕਰਨਾ, ਅਤੇ ਫਿਰ ਉਸ ਤੋਂ ਬਾਅਦ ਕੰਟਰੋਲ ਕਰੇਗਾ। ਕੰਟਰੋਲ ਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਹਾਂ ਵਰਕਰਸ ਨੇ ਕੰਮ ਪਰਫੈਕਟ ਕੀਤਾ ਜਾਂ ਨਹੀਂ ਕੀਤਾ। ਜਦੋਂ ਉਹਨਾਂ ਨੇ ਇਹ ਸਾਰਾ ਕੁਝ ਕਰਤਾ ਤਾਂ ਇਹਦਾ ਕੀ ਮਤਲਬ ਹੈ ਕਿ ਤੁਹਾਡੀ ਆਰਗੇਨਾਈਜੇਸ਼ਨ ਵੱਧ ਤੋਂ ਵੱਧ ਮੈਕਸੀਮਮ ਪ੍ਰੋਫਿਟ ਕਮਾਏਗੀ। ਜਦੋਂ ਪ੍ਰੋਫਿਟ ਕਮਾਏਗੀ ਤਾਂ ਓਬਵੀਅਸਲੀ ਆਰਗੇਨਾਈਜੇਸ਼ਨ ਦੀ ਵੱਧ ਤੋਂ ਵੱਧ ਕੀ ਹੋਏਗੀ, ਗਰੋਥ ਹੋਏਗੀ। ਠੀਕ ਹੈ, ਥਰਡ ਥਿੰਗ ਇਜ਼ ਦੈਟ ਦ ਡਿਸੀਜਨ ਮੇਕਿੰਗ। ਓਬਵੀਅਸਲੀ ਜਿਹੜੀ ਮੈਨੇਜਮੈਂਟ ਇੱਕ ਬੈਟਰ ਆ, ਜਿਹੜਾ ਇੱਕ ਮੈਨੇਜਮੈਂਟ ਆ ਬੈਟਰ ਪਰਫੋਰਮ ਕਰ ਰਹੀ ਹੈ, ਮੈਨੇਜਰਸ ਬਹੁਤ ਵਧੀਆ ਕੰਮ ਕਰ ਰਹੇ ਨੇ, ਹਰ ਇੱਕ ਨੂੰ ਦੱਸਦੇ ਕਿ ਤੁਸੀਂ ਆਹ ਕੰਮ ਕਰਨਾ ਹੈ, ਉਹ ਮੈਨੇਜਮੈਂਟ ਆਲਵੇਜ਼ ਬੈਟਰ ਡਿਸੀਜਨ ਲਏਗੀ। ਡਿਸੀਜਨ ਇਨ ਦਾ ਸੈਂਸ ਕਿ ਉਹ ਪਹਿਲਾਂ ਹੀ ਸੋਚ ਕੇ ਰੱਖਣਗੇ ਕਿ ਕੀ ਕਰਨਾ ਹੈ, ਵਾਟ ਟੂ ਡੂ, ਕੀ ਕਰਾਂਗੇ ਅਸੀਂ ਇਨ ਫਿਊਚਰ, ਜੇ ਆਹ ਪ੍ਰੋਬਲਮ ਆ ਜਾਂਦੀ ਤਾਂ ਕੀ ਕਰਾਂਗੇ, ਵੈਨ ਟੂ ਡੂ ਐਂਡ ਹਾਊ ਟੂ ਡੂ, ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਹੈ, ਅਤੇ ਕੌਣ ਉਹ ਚੀਜ਼ ਨੂੰ ਪ੍ਰੋਬਲਮ ਨੂੰ ਹੱਲ ਕਰੇਗਾ। ਠੀਕ ਹੈ ਜੀ। ਸੈਕਿੰਡ ਪੁਆਇੰਟ ਇਜ਼ ਦਾ ਰਿਸਰਚ ਐਂਡ ਡਿਵੈਲਪਮੈਂਟ। ਰਿਸਰਚ ਐਂਡ ਡਿਵੈਲਪਮੈਂਟ, ਹੁਣ ਦੇਖੋ ਇੱਕ ਬੈਟਰ ਮੈਨੇਜਮੈਂਟ, ਇੱਕ ਬੈਟਰ ਮੈਨੇਜਰ ਜਾਂ ਇੱਕ ਬੈਟਰ ਆਰਗੇਨਾਈਜੇਸ਼ਨ ਉਹੀ ਆਰਗੇਨਾਈਜੇਸ਼ਨ ਆ ਜਿਹੜੀ ਹਮੇਸ਼ਾ ਰਿਸਰਚ ਕਰਦੀ ਰਹਿੰਦੀ ਆ, ਵੱਧ ਤੋਂ ਵੱਧ ਨਵੀਆਂ ਟੈਕਨੀਕਸ ਲੈ ਕੇ ਆਉਂਦੀ ਆ। ਓਬਵੀਅਸਲੀ ਤੁਸੀਂ ਹੁਣ ਦੇਖੋ ਕਿ ਜੇ ਕੋਈ ਵੀ ਆਰਗੇਨਾਈਜੇਸ਼ਨ ਆ ਪੁਰਾਣੇ ਤਰੀਕੇ ਨਾਲ ਹੀ ਚੱਲੀ ਜਾ ਰਹੀ ਹੈ, ਉਹਨੇ ਕੋਈ ਇਨੋਵੇਸ਼ਨ ਨਹੀਂ ਕੀਤੀ, ਕੋਈ ਇਨਵੈਂਸ਼ਨ ਨਹੀਂ ਕੀਤੀ, ਤਾਂ ਤੁਸੀਂ ਉਹ ਆਰਗੇਨਾਈਜੇਸ਼ਨ 'ਚ ਕਦੀ ਵੀ ਆਪਣਾ ਪੈਸਾ ਇਨਵੈਸਟ ਨਹੀਂ ਕਰੋਗੇ। ਠੀਕ ਹੈ, ਇਨਵੈਸਟ ਕੀ, ਤੁਸੀਂ ਉਹ ਆਰਗੇਨਾਈਜੇਸ਼ਨ ਦੀ ਚੀਜ਼ ਹੀ ਨਹੀਂ ਖਰੀਦੋਗੇ ਕੋਈ ਵੀ। ਹੁਣ ਫੋਰ ਐਗਜ਼ਾਮਪਲ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਸੀ ਕਿ ਤੁਹਾਡੇ ਸਕੂਲ ਦੇ ਵਿੱਚ ਜੇ ਰਿਸਰਚ ਐਂਡ ਡਿਵੈਲਪਮੈਂਟ ਨਹੀਂ ਕਰਦੇ, ਕਿ ਤੁਹਾਡੇ ਸਕੂਲ ਰਿਸਰਚ ਹੀ ਨਾ ਕਰਦਾ ਇਨ ਦਾ ਸੈਂਸ ਕਿ ਨਿਊ ਐਪ ਹੀ ਨਾ ਕੋਈ ਸ਼ੁਰੂ ਕਰਦਾ, ਆਨਲਾਈਨ ਸਟੱਡੀ ਨਾ ਹੁੰਦੀ, ਤਾਂ ਤੁਸੀਂ ਕਹਿਣਾ ਕਿ ਸਾਡੇ ਸਕੂਲ 'ਤੇ ਕੁਛ ਵੀ ਨਹੀਂ ਕਰਵਾ ਰਿਹਾ। ਸੋ ਉਹੀ ਆਰਗੇਨਾਈਜੇਸ਼ਨ ਇੱਕ ਬੈਟਰ ਆਰਗੇਨਾਈਜੇਸ਼ਨ ਆ ਜਿਹੜੀ ਪ੍ਰੋਬਲਮਸ ਨੂੰ ਦੇਖ ਕੇ ਰਿਸਰਚ ਕਰਦੀ ਆ ਐਂਡ ਉਹਦੇ ਉੱਤੇ ਕੀ ਕਰਦੀ ਆ, ਪ੍ਰੋਬਲਮਸ ਦੀ ਸੋਲਿਊਸ਼ਨ ਕੱਢਦੀ ਹੈ। ਫਿਫਥ ਪੁਆਇੰਟ ਇਜ਼ ਦੈਟ ਕਿ ਸਪਲਾਈ ਆਫ ਕੁਆਲਿਟੀ ਗੁੱਡਸ ਐਂਡ ਸਰਵਿਸਿਜ਼। ਇੱਕ ਬੈਟਰ ਮੈਨੇਜਮੈਂਟ, ਇੱਕ ਬੈਟਰ ਆਰਗੇਨਾਈਜੇਸ਼ਨ ਉਹੀ ਹੋਏਗੀ, ਇੱਕ ਬੈਟਰ ਮੈਨੇਜਰ ਉਹੀ ਹੋਏਗਾ, ਇੱਕ CEO ਜਾਂ CEO ਉਹੀ ਹੋਣਗੇ, ਜਾਂ ਜਿਹਨੂੰ ਆਪਾਂ ਕਹਿ ਦਿੰਦੇ ਕਿ ਮੈਨੇਜਰਸ ਵਧੀਆ ਉਹੀ ਹੋਣਗੇ ਜਿਹੜੇ ਬੈਟਰ ਕੁਆਲਿਟੀ ਦੇ ਪ੍ਰੋਡਕਟਸ ਪ੍ਰੋਵਾਈਡ ਕਰਨਗੇ ਵਿਦ ਮਿਨੀਮਮ ਕੋਸਟ। ਦੇਖੋ ਹੁਣ ਕਿ ਜਿਹੜੀ ਇੱਕ ਆਰਗੇਨਾਈਜੇਸ਼ਨ ਉਹਨੇ ਹਮੇਸ਼ਾ ਸਭ ਨਾਲੋਂ ਪਹਿਲਾਂ ਇਹੀ ਚੀਜ਼ ਦੇਖਣੀ ਹੈ ਕਿ ਮੈਨੂੰ ਵੱਧ ਤੋਂ ਵੱਧ ਕੀ ਹੋਵੇ, ਪ੍ਰੋਫਿਟ ਹੋਵੇ।
बट जो कस्टमर उन्हें ये देखना कि मैंने घट तो घट कॉस्ट देनी पवे प्रोडक्ट दे। सो एक बैटर मैनेजमेंट उही है कि जी वध तो वध प्रॉफिट तो कमावे बट अपने कस्टमर्स का भी सोचे। कस्टमर्स का किद्दां सोचेगी ऑर्गेनाइजेशन कि आप किस तरह सोचेगी कि उन्होंने बैटर क्वालिटी के प्रोडक्ट्स प्रोवाइड करेगी बट विद मिनीमम कॉस्ट। मिनीमम कॉस्ट किद्दां होएगी, ऑबवियसली किद्दां होएगी जे ऑर्गेनाइजेशन हर एक चीज़ नूं क्वालिटी प्रोडक्ट्स प्रोवाइड करेगी। जो क्वालिटी प्रोडक्ट्स प्रोवाइड करेगी तो हर एक कस्टमर वो ऑर्गेनाइजेशन तो प्रोडक्ट खरीदेगा। ठीक है जी। नेक्स्ट वन इज़ द minimize the element of risk. Better management always minimize the risk through the future can never be predicted but due to previous experience management can minimize the risk। कहते हैं कि better management वही हुंदी है, एक better वधिया management वही है जिहदे विच एक मैनेजर आ जां एक मैनेजमेंट आ वो हमेशा ये सोचे कि मैं घट तो घट रिस्क लैना है, घट तो घट मिनीमाइज रिस्क तो लैना ही लैना है क्योंकि जिन्ना चेर तक आप रिस्क नहीं लवांगे उन्ना चेर तक आप कोई भी चीज़ परफॉर्म अपनी बेस्ट नहीं दे सकते। सो रिस्क तो लैना ही लैना वा बट वो रिस्क नूं मिनीमाइज़ किद्दां करना है। रिस्क नूं मिनीमाइज़ हमेशा आप किद्दां कर सकते हैं कि आप हमेशा उस चीज़ के बारे पहले ही सोच के रखिए कि जे आ चीज़ अनसर्टनटी होगी कि आ ऑर्गेनाइजेशन दे विच ये प्रॉब्लम आ गई तो असीं की करांगे। सो मैनेजर नूं हमेशा ही पहला ही प्री प्लानड रहना पैना है बट वो प्री प्लानड किद्दां रहिंदा है पहला दे एक्सपीरियंस तो जो उन्हें पास दे एक्सपीरियंस तो सीखिया है उहदे उत्ते वो सीख के वो की करदा है घट तो घट की करदा है रिस्क नूं मिनीमाइज़ करदा है। ठीक है, ये तुहाडे हो गए सारे आपां ये हुण कीते व्हाट आर द ऑब्जेक्टिव्स बट नाउ वी विल डू व्हाट इज़ द इंपॉर्टेंस ऑफ मैनेजमेंट। फर्स्ट ऑफ ऑल ऑब्जेक्टिव्स दे जो तुसी ऑब्जेक्टिव्स लिखे ने या लर्न किए ने उही इंपॉर्टेंस रहने ने बट उहदे विच दो तीन इंपॉर्टेंस आपां होर इनक्लूड कर लैने आ। सो जो तुसी ऑब्जेक्टिव्स लिखे ने इंपॉर्टेंस च भी तुही उही ऑब्जेक्टिव्स लिख सकते जो। ठीक है जी। हुण फस्ट ऑफ ऑल जिहड़े मैं तुहानूं पहलां 6 ऑब्जेक्टिव्स करवाए ने तुसीं वो लिख दोगे नाल तुसीं 2-3 होर लिख दोगे इंपॉर्टेंस ऑफ मैनेजमेंट। ठीक है, फस्ट 7th पॉइंट इज़ दैट इंपॉर्टेंस दे विच आपां ये लिखांगे ह्यूमन डिवेलपमेंट। ऑबवियसली देखो एक बैटर ऑर्गेनाइजेशन उही ऑर्गेनाइजेशन आ जिहड़ी ह्यूमन की डिवेलपमेंट करदी है, अपने वर्कर्स की डिवेलपमेंट करदी है, उन्होंने वक्-वक् स्किल्स सिखाउंदी है। ठीक है, जो वक्-वक् स्किल्स सिखाएगी ऑटोमैटिकली वर्कर्स अपने आप को सैल्फ कंट्रोल समझणगे। वर्कर्स अपने आप को ये सोचणगे कि सानू सारा काम आउंदा है, इहदे नाल वर्कर्स नूं हर एक काम आएगा तो ऑबवियसली उन्हों का स्टैंडर्ड ऑफ लिविंग इंप्रूव होएगा। जो वर्कर्स हर एक काम बैटर परफॉर्म करनगे तो उन्हों का स्टैंडर्ड ऑफ लिविंग इंप्रूव होएगा। क्यों? क्योंकि ऑर्गेनाइजेशन उन्होंने बैटर पे करेगी तो ऑर्गेनाइजेशन बैटर तां ही पे कर सकती जो ऑर्गेनाइजेशन वध तो वध प्रॉफिट कमाएगी एंड प्रॉफिट वध तो वध तां ही कमाया जा सकता है जो बैटर ऑर्गेनाइजेशन होएगी या बैटर मैनेजमेंट होएगी। एंड लास्ट पॉइंट इज़ दैट द इंप्लॉयमेंट अपॉर्चुनिटीज़। एक बैटर ऑर्गेनाइजेशन वही है जिहड़ी अपने वर्कर्स नूं वध तो वध इंप्लॉयमेंट अपॉर्चुनिटीज़ दिंदी है, वध तो वध उन्हां नूं उन्हों का स्टैंडर्ड ऑफ लिविंग इंप्रूव करती एंड स्टैंडर्ड ऑफ लिविंग इंप्रूव तां ही हो सकता जो एक ऑर्गेनाइजेशन बैटर परफॉर्म कर रही है। बैटर परफॉर्म इन द सेंस कि ऑर्गेनाइजेशन वध तो वध प्रॉफिट कमाएगी, वध तो वध कस्टमर्स को सैटिस्फाई करेगी, जो कस्टमर्स को सैटिस्फाई कर सकेगी फिर एक प्रॉफिट कमाएगी, तो जो प्रॉफिट कमाएगी तो वर्कर्स को वध तो वध इंप्लॉयमेंट देगी, वध तो वध वर्कर्स हायर करेगी, तो जो वध तो वध वर्कर्स हायर करेंगे तो वर्कर्स को की मिलेगी, पे मिलेगी, तो पे दे नाल वर्कर्स की हो जाएगी स्टैंडर्ड ऑफ लिविंग की हो जाएगा इंप्रूव होएगा। दैट्स ऑल फॉर टुडे स्टूडेंट्स, थैंक्स फॉर लिसनिंग।